Hi, welcome to my YouTube channel. Myself, Dr. Keshravan Patyar. In today's lecture, we are going to discuss sickle cell anemia, which comes under the heading of etiological classification of anemia, and it is the type one of the type of hemolytic anemia. So ਇਹ sickle cell anemia ਜਿਹੜਾ ਹੈ hemolytic anemia ਦੀ ਹੀ ਇੱਕ further ਕਿਸਮ ਹੈ. So, sickle cell anemia is an inherited blood disorder characterized by a sickle shaped red blood cell. It is called hemoglobin SS disease or sickle cell disease. It is common in people of African origin. So, sickle cell anemia ਇੱਕ ਪੁਸ਼ਤੈਨੀ ਜੀਨਸ ਨਾਲ ਰਿਲੇਟਡ ਜਿਹੜੀ ਕਿ ਖਾਨਦਾਨੀ ਅੱਗੇ ਤੋਂ ਅੱਗੇ ਖਾਨਦਾਨ ਚੱਲਦੀ ਰਹਿੰਦੀ ਹੈ, ਉਹ ਬਿਮਾਰੀ ਹੈ, ਬਲੱਡ ਡਿਸਆਰਡਰ ਹੈ, ਜਿਹਦੇ ਵਿੱਚ ਕੀ ਆ ਰੈੱਡ ਬਲੱਡ ਸੈੱਲ ਜਿਹੜੇ ਆ ਉਹ ਸਿੱਕਲ ਸ਼ੇਪ ਹੋ ਜਾਂਦੇ ਆ। ਸਿੱਕਲ ਸ਼ੇਪ ਪੰਜਾਬੀ ਦਾਤਰੀ ਜਾਂ ਦਾਤੀ ਜਿਹਦੇ ਨਾਲ ਆਪਾਂ ਕਣਕ ਵੱਢਦੇ ਹਾਂ ਉਸ ਤਰ੍ਹਾਂ ਦੀ ਸ਼ੇਪ ਸੈੱਲਸ ਦੀ ਹੋ ਜਾਂਦੀ ਹੈ, ਅਤੇ ਇਹਨੂੰ ਖਾਸ ਤਰ੍ਹਾਂ ਦੇ ਹੀਮੋਗਲੋਬਿਨ ਦੀ ਪ੍ਰੈਜ਼ੈਂਸ ਕਰਕੇ ਹੀਮੋਗਲੋਬਿਨ SS ਡਿਸੀਜ਼ ਵੀ ਕਿਹਾ ਜਾਂਦਾ। ਇਹ ਮੋਸਟਲੀ ਅਫਰੀਕਨ ਕੰਟਰੀਜ਼ ਦੇ ਲੋਕਾਂ ਦੇ ਵਿੱਚ ਪਾਇਆ ਜਾਂਦਾ। So it is due to the abnormal hemoglobin called hemoglobin S. In this, alpha chain are normal and beta chains are abnormal. The molecules of hemoglobin S polymerizes into long chain and precipitate inside the cell. Because of this, RBC attains sickle crescent shape and become more fragile, leading to hemolysis. ਸੋ ਇਹ ਅਫਰੀਕਨ ਰੀਜਨ ਵਾਲੇ ਲੋਕਾਂ ਦੇ ਵਿੱਚ ਪਾਇਆ ਜਾਂਦਾ। ਜਿਵੇਂ ਸਾਨੂੰ ਪਤਾ ਹੈ ਕਿ ਨੋਰਮਲ ਅਡਲਟ ਹੀਮੋਗਲੋਬਿਨ ਦੇ ਵਿੱਚ 2 ਅਲਫਾ 2 ਬੀਟਾ ਚੇਨਸ ਹੁੰਦੀਆਂ, ਬਟ ਸਿੱਕਲ ਸੈੱਲ ਅਨੀਮੀਆ ਦੇ ਵਿੱਚ ਕੀ ਆ ਬੀਟਾ ਚੇਨ ਜਿਹੜੀ ਹੈਗੀ ਆ ਉਹ ਅਬਨੋਰਮਲ ਹੋ ਜਾਂਦੀ ਹੈ, ਉਹਦੇ ਵਿੱਚ ਕੋਈ ਅਬਨੋਰਮੈਲਿਟੀ ਆ ਜਾਂਦੀ ਹੈ, ਜਿਸ ਕਰਕੇ ਜਿਹੜਾ ਹੀਮੋਗਲੋਬਿਨ ਹੈਗਾ ਆ ਉਹਦੀ ਪੋਲੀਮਰਾਈਜੇਸ਼ਨ ਹੋ ਜਾਂਦੀ ਹੈ, ਲੰਬੀ ਚੇਨਸ ਦੀ ਇਕੱਠੀ ਹੋ ਜਾਂਦੀ ਹੈ, ਪ੍ਰੈਸਿਪੀਟੇਟ ਹੋ ਜਾਂਦੇ ਆ, ਅਤੇ ਇਹਨਾਂ ਦੀ ਸ਼ੇਪ ਜਿਹੜੀ ਹੈਗੀ ਆ ਬਾਈਕਨਕੇਵ ਸ਼ੇਪ ਤੋਂ ਗਿਆ ਸਿੱਕਲ ਜਾਂ ਕ੍ਰੀਸੈਂਟ ਸ਼ੇਪ, ਦਾਤੀ ਵਰਗੀ। ਕ੍ਰੀਸੈਂਟ ਦਾ ਮਤਲਬ ਹੁੰਦਾ ਅਰਧ ਚੰਦਰਮਾ ਵਾਲਾ ਆਕਾਰ, ਅਰਧ ਚੰਦਰ ਆਕਾਰ, ਜਿੱਦਾਂ ਅੱਧਾ ਚੰਦਰਮਾ ਦਿਖਦਾ ਉੱਦਾਂ ਦੀ ਜਿਹਦੀ ਸ਼ੇਪ ਹੋ ਜਾਂਦੀ ਹੈ, ਅਤੇ ਇਹ ਕੱਚੇ ਹੋ ਜਾਂਦੇ, ਜ਼ਿਆਦਾ ਫਰਜਾਈਲ ਹੋ ਜਾਂਦੇ ਆ, ਅਤੇ ਛੇਤੀ ਇਹਨਾਂ ਦੀ ਹੀਮੋਲਾਈਸਿਸ ਹੋ ਜਾਂਦੀ ਆ। Sickle cell anemia occur when a person inherit two abnormal gene from each parent. Sickle cell anemia ਕੀ ਆ ਪੇਰੈਂਟਸ ਤੋਂ ਬੱਚਿਆਂ ਦੇ ਵਿੱਚ ਆਉਂਦਾ ਜਦੋਂ ਦੋਨੋਂ ਪੇਰੈਂਟਸ ਤੋਂ ਹੀ ਖਰਾਬ ਜੀਨਸ ਜਿਹੜੀ ਹੈਗੀ ਆ ਬੱਚੇ ਦੇ ਵਿੱਚ ਆ ਜਾਣ, ਜਿਹੜੇ ਕੀ ਆ ਹੀਮੋਗਲੋਬਿਨ ਨੂੰ ਛੇਤੀ ਪ੍ਰੈਸਿਪੀਟੇਟ ਕਰ ਦਿੰਦੀਆਂ ਅਤੇ ਉਹ ਰੈਡ ਬਲੱਡ ਸੈੱਲ ਦੇ ਵਿੱਚ ਹੀ ਜਮ੍ਹਾਂ ਹੋ ਜਾਂਦੀਆਂ। ਇਨ ਚਿਲਡਰਨ ਹੀਮੋਲਾਈਜ਼ ਸਿਕਲ ਸੈੱਲ ਐਗਰੀਗੇਟ ਐਂਡ ਬਲੌਕ ਦਾ ਬਲੱਡ ਵੈਸਲ ਲੀਡਿੰਗ ਟੂ ਇਨਫਾਕਸ਼ਨ ਇਜ਼ ਸਟੋਪੇਜ ਆਫ ਬਲੱਡ ਸਪਲਾਈ। ਸੋ ਬੱਚਿਆਂ ਦੇ ਵਿੱਚ ਕੀ ਆ ਜਿਹੜਾ ਇਹ ਸਿੱਕਲ ਸ਼ੇਪ ਸੈੱਲ ਹੈ ਇਕੱਠੇ ਹੋ ਜਾਂਦੇ ਆ ਅਤੇ ਬਲੱਡ ਵੈਸਲ ਦੇ ਵਿੱਚ, ਅਤੇ ਬਲੱਡ ਵੈਸਲ ਦੇ ਵਿੱਚੋਂ ਪਾਸ ਨਹੀਂ ਹੋ ਪਾਉਂਦੇ, ਅਤੇ ਨਾੜੀ ਦੇ ਵਿੱਚ ਕੀ ਆ ਬਲੱਡ ਵੈਸਲ ਦੇ ਵਿੱਚ ਕੀ ਆ ਉਹਨੂੰ ਬਲੋਕ ਕਰ ਦਿੰਦੇ ਆ। ਸੋ ਜਦੋਂ ਨਾੜੀ ਬਲੋਕ ਹੋ ਗਈ ਤਾਂ ਬਲੱਡ ਸਪਲਾਈ ਰੁਕ ਜਾਂਦੀ ਆ, ਉਹਨੂੰ ਆਪਾਂ ਇਨਫਾਕਸ਼ਨ ਕਹਾਂਗੇ, ਉਸ ਟਰਮ ਯੂਜ਼ ਕੀਤੀ ਜਾਂਦੀ ਹੈ ਇਨਫਾਕਸ਼ਨ। ਸੋ ਬੱਚਿਆਂ ਦੇ ਵਿੱਚ ਕੀ ਆ ਕਈ ਵਾਈਟਲ ਔਰਗਨਸ ਨੂੰ ਬਲੱਡ ਸਪਲਾਈ ਕਰਨ ਵਾਲੀਆਂ ਬਲੱਡ ਵੈਸਲ ਦੇ ਵਿੱਚ ਫਸ ਜਾਂਦੇ ਆ, ਅਤੇ ਫਿਰ ਉਹਨਾਂ ਵਿੱਚ ਕੀ ਆ ਬਲੱਡ ਸਪਲਾਈ ਨੂੰ ਰੋਕ ਦਿੰਦੇ ਆ। ਦ ਇਨਫਾਕਸ਼ਨ ਇਜ਼ ਕਾਮਨ ਇਨ ਸਮਾਲ ਬੋਨਸ। ਮੋਸਟਲੀ ਜਿਹੜੀ ਇਹ ਇਨਫਾਕਸ਼ਨ ਹੈ ਬਲੋਕੇਜ ਹੁੰਦੀ ਆ ਸਿਕਲ ਸੈੱਲਸ ਕਰਕੇ ਬਲੱਡ ਵੈਸਲ ਦੇ ਵਿੱਚ, ਇਹ ਸਮਾਲ ਬੋਨਸ ਦੇ ਵਿੱਚ ਹੁੰਦੀ ਆ। ਦ ਇਨਫਾਕਟਡ ਸਮਾਲ ਬੋਨਸ ਇਨ ਹੈਂਡ ਐਂਡ ਫੁੱਟ ਰਿਜ਼ਲਟ ਇਨ ਵੇਰਿੰਗ ਲੈਂਥ ਇਨ ਡਿਜਿਟ। ਇਹਦੇ ਨਾਲ ਕੀ ਆ ਬਲੱਡ ਸਪਲਾਈ ਪੂਰੀ ਨਹੀਂ ਹੁੰਦੀ ਜਾਂ ਘੱਟ ਹੁੰਦੀ ਆ, ਉਹਦੇ ਨਾਲ ਕੀ ਆ ਉਂਗਲਾਂ, ਹੱਥ ਪੈਰ ਦੀਆਂ ਉਂਗਲਾਂ ਜਿਹੜੀਆਂ ਹੈਗੀਆਂ ਆ ਉਹਨਾਂ ਦੀ ਲੈਂਥ ਦੇ ਵਿੱਚ ਕੀ ਆ ਫ਼ਰਕ ਪੈ ਜਾਂਦਾ, ਅਤੇ ਉਹ ਛੋਟੀਆਂ ਵੱਡੀਆਂ ਹੋ ਜਾਂਦੀਆਂ। ਇਸ ਕਰਕੇ ਸਿਕਲ ਸੈੱਲ ਅਨੀਮੀਆ ਨੂੰ ਕਈ ਵਾਰੀ ਅਸੀਂ ਹੈਂਡ ਐਂਡ ਫੁੱਟ ਸਿੰਡਰੋਮ ਵੀ ਕਹਿ ਦਿੰਦੇ ਹਾਂ ਇਸ ਕੰਡੀਸ਼ਨ ਨੂੰ। ਅਤੇ ਇਸ ਦੇ ਨਾਲ ਹੀ ਬੱਚੇ ਦੇ ਵਿੱਚ ਕੀ ਆ ਪੀਲੀਆ ਦੇ ਲੱਛਣ ਵੀ ਪਾਏ ਜਾਂਦੇ ਆ। ਸੋ ਜੌਂਡਿਸ ਆਲਸੋ ਓਕਰ ਇਨ ਦੀਸ ਚਿਲਡਰਨਸ। ਹੁਣ ਅਸੀਂ ਇਸ ਪਿਕਚਰ ਤੋਂ ਓਵਰਆਲ ਸਿਕਲ ਸੈੱਲ ਅਨੀਮੀਆ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਿਕਲ ਸੈੱਲ ਅਨੀਮੀਆ ਦੇ ਵਿੱਚ ਕੀ ਹੈ ਹੀਮੋਗਲੋਬਿਨ S ਪ੍ਰੈਜ਼ੈਂਟ ਹੁੰਦਾ, ਜਦ ਕਿ ਅਡਲਟ ਹੈਲਦੀ ਇੰਡੀਵਿਜੂਅਲ ਦੇ ਵਿੱਚ ਕੀ ਹੈ ਹੀਮੋਗਲੋਬਿਨ A1 ਪ੍ਰੈਜ਼ੈਂਟ ਆ, ਜਿਹਦੇ ਵਿੱਚ 2 ਅਲਫਾ ਅਤੇ 2 ਬੀਟਾ ਚੇਨਸ ਹੁੰਦੀਆਂ। ਬਟ ਹੀਮੋਗਲੋਬਿਨ S ਸਿਕਲ ਸੈੱਲ ਹੀਮੋਗਲੋਬਿਨ ਦੇ ਵਿੱਚ ਕੀ ਆ ਬੀਟਾ ਪੋਜੀਸ਼ਨ ਜਿਹੜੀ ਅਬਨੋਰਮਲ ਹੋ ਜਾਂਦੀ ਆ, ਉਹਦੀ 6ਵੀਂ ਪੋਜੀਸ਼ਨ ਦੇ ਉੱਤੇ ਜਿਹੜਾ ਅਮਾਈਨੋ ਐਸਿਡ ਗਲੂਟਾਮੇਟ ਹੈ ਉਹ ਕਨਵਰਟ ਹੋ ਜਾਂਦਾ ਵੈਲੀਨ, ਜਿਹਨੂੰ ਆਪਾਂ ਕੀ ਕਹਿੰਦੇ ਆ ਮਿਸਸੈਂਸ ਮਿਊਟੇਸ਼ਨ। ਇਹਦਾ ਮਤਲਬ ਬੀਟਾ ਚੇਨ ਦੇ ਵਿੱਚ ਹੀਮੋਗਲੋਬਿਨ ਦੀ ਮਿਸਸੈਂਸ ਮਿਊਟੇਸ਼ਨ ਆ ਜਾਂਦੀ ਹੈ, ਗਲੂਟਾਮੇਟ ਨੂੰ ਰਿਪਲੇਸ ਕਰ ਦਿੰਦਾ ਵੈਲੀਨ। ਸੋ ਜੇ ਵੈਲੀਨ ਰਿਪਲੇਸ ਹੋ ਜਾਂਦਾ ਤਾਂ ਉਹਦੇ ਨਾਲ ਕੀ ਹੈ ਹੀਮੋਗਲੋਬਿਨ ਦੀ ਪੋਲੀਮਰਾਈਜੇਸ਼ਨ ਅਤੇ ਪ੍ਰੈਸਿਪੀਟੇਸ਼ਨ ਹੋ ਜਾਂਦੀ ਆ, ਉਹ ਇਕੱਠੇ ਹੋ ਜਾਂਦੇ ਆ ਲੰਬੀ ਚੇਨਸ ਤੋਂ, ਉਹਨਾਂ ਦਾ ਗੁੱਛਾ ਪ੍ਰੈਸਿਪੀਟੇਸ਼ਨ ਹੋ ਜਾਂਦੀ, ਇਕੱਠੇ ਹੋ ਜਾਂਦੇ ਆ, ਅਤੇ ਜਿਹਦੇ ਨਾਲ ਕੀ ਆ RBCs ਦੀ ਜਿਹੜੀ ਬਾਈਕਨਕੇਵ ਸ਼ੇਪ ਹੈਗੀ ਆ
ਉਹ ਡਿਸਟੋਰਟ ਹੋ ਜਾਂਦੀ ਹੈ ਅਤੇ ਸਿਕਲ ਸੈੱਲ ਦਾਤੀ ਵਰਗੇ ਜਾਂ ਅਰਧ ਚੰਦਰਮਾ ਵਰਗੇ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਆ। ਸੋ ਇਸ ਕੰਡੀਸ਼ਨ ਨੂੰ ਆਪਾਂ ਕੀ ਆ ਸਿਕਲ ਸੈੱਲ ਅਨੀਮੀਆ ਕਹਿ ਦਿੰਦੇ ਹਾਂ। ਸੋ ਪੋਲੀਮਰਾਈਜੇਸ਼ਨ ਅਤੇ ਪ੍ਰੈਸੀਪੀਟੇਸ਼ਨ ਦੇ ਦੌਰਾਨ ਜਿਹੜੀ RBCs ਦੇ ਅੰਦਰ ਹੀਮੋਗਲੋਬਿਨ ਨੇ ਆਕਸੀਜਨ ਬਾਈਂਡ ਕੀਤੀ ਹੁੰਦੀ ਆ, ਉਹਦਾ ਲੋਸ ਹੋ ਜਾਂਦਾ। ਆਕਸੀਜਨ ਦੇ ਲੋਸ ਹੋਣ ਕਰਕੇ ਹੀ ਕੀ ਆ ਵਾ ਹੀਮੋਗਲੋਬਿਨ ਪੋਲੀਮਰਾਈਜ਼ ਅਤੇ ਪ੍ਰੈਸੀਪੀਟੇਟ ਹੋ ਜਾਂਦੇ ਆ। ਬਟ ਜੇ ਅਸੀਂ ਇਸ ਪੇਸ਼ੈਂਟ ਸਿਕਲ ਸੈੱਲ ਅਨੀਮੀਆ ਪੇਸ਼ੈਂਟਸ ਨੂੰ ਆਕਸੀਜਨ ਦਈਏ ਟਰੀਟਮੈਂਟ ਦੇ ਦੌਰਾਨ, ਤਾਂ ਜਿਹੜੇ ਸਿਕਲ ਸੈੱਲਸ ਹੈਗੇ ਆ ਇਹ ਕੀ ਆ ਮੁੜ ਕੇ ਨੋਰਮਲ ਕੁਛ ਟਾਈਮ ਵਾਸਤੇ ਨੋਰਮਲ RBCs ਵਰਗੇ ਹੋ ਜਾਂਦੇ ਆ। ਉਹਨਾਂ ਦੀ ਸ਼ੇਪ ਵਾਈਕਨ ਕੇਵ 'ਚ ਕੀ ਆ ਕਨਵਰਟ ਹੋ ਜਾਂਦੀ ਆ। ਸੋ ਇਹ ਰਿਵਰਸੀਬਲ ਹੈ ਆਕਸੀਜਨ ਦੀ ਸਪਲਾਈ ਦੇ ਨਾਲ। ਜੇ ਦੁਬਾਰਾ ਆਕਸੀਜਨ ਘੱਟ ਜਾਵੇ ਤਾਂ ਮੁੜ ਕੇ ਸਿਕਲਿੰਗ ਪੇਸ਼ੈਂਟ ਦੇ ਵਿੱਚ ਸਿਕਲ ਸੈੱਲ ਦੀ ਅਪੀਅਰੈਂਸ ਆ ਜਾਂਦੀ ਆ। ਸੋ ਜਦੋਂ ਨੋਰਮਲ RBC ਵਾਈਕਨ ਕੇਵ ਸੈੱਲ ਸਿਕਲ 'ਚ ਕਨਵਰਟ ਹੋ ਜਾਏ, ਸਿਕਲ ਸੈੱਲ 'ਚ ਕਨਵਰਟ ਹੋ ਜਾਏ ਆਕਸੀਜਨ ਦੀ ਕਮੀ ਕਰਕੇ, ਅਤੇ ਸਿਕਲ ਸੈੱਲ ਮੁੜ ਕੇ ਆਕਸੀਜਨ ਦੀ ਸਪਲਾਈ ਦੇਣ ਤੋਂ ਬਾਅਦ ਨੋਰਮਲ ਸੈੱਲ 'ਚ ਕਨਵਰਟ ਹੋ ਜਾਵੇ, ਇਸ ਕੰਡੀਸ਼ਨ ਨੂੰ ਆਪਾਂ ਕੀ ਕਹਿੰਦੇ ਹਾਂ ਸਿਕਲਿੰਗ ਕਹਿੰਦੇ ਹਾਂ। ਇਹ ਦੋਨੋਂ ਹੀ ਇੰਟਰਚੇਂਜੇਬਲ ਕੰਡੀਸ਼ਨਸ ਹੈਗੀਆਂ। ਸੋ ਇਹਦਾ ਜਿਹੜਾ ਮੇਨ ਲੱਛਣ ਹੈ ਸਿਕਲ ਸੈੱਲ ਅਨੀਮੀਆ ਦਾ ਕੀ ਹੈ, ਵੈਸੋ ਓਕਲੂਸਿਵ ਕ੍ਰਾਈਸਿਸ ਜਾਂ ਇਨਫਾਕਸ਼ਨ ਕ੍ਰਾਈਸਿਸ। ਮਤਲਬ ਕੀ ਹੈ ਵੈਸੋ ਦਾ ਮਤਲਬ ਬਲੱਡ ਵੈਸਲ, ਓਕਲੂਸਿਵ ਮਤਲਬ ਰੁਕਾਵਟ, ਮਤਲਬ ਉਹਦੇ ਰੁਕਾਵਟ ਆ ਜਾਂਦੀ ਆ, ਇਹ ਨਾੜੀ ਦੇ ਬਲੱਡ ਵੈਸਲ ਦੇ ਵਿੱਚ ਫਸ ਜਾਂਦੇ ਆ ਅਤੇ ਅੱਗੇ ਖੂਨ ਦੀ ਸਪਲਾਈ ਅਤੇ ਖੂਨ ਦੇ ਨਾਲ ਆਕਸੀਜਨ ਦੀ ਸਪਲਾਈ ਵੀ ਰੋਕ ਦਿੰਦੇ ਆ। ਅਤੇ ਮੋਸਟਲੀ ਇਹ ਛੋਟੀ ਬੋਨਸ ਵਾਲੇ ਏਰੀਆ ਦੇ ਵਿੱਚ ਹੁੰਦਾ, ਅਤੇ ਛੋਟੀਆਂ ਬੋਨਸ ਸਾਡੀ ਬੋਡੀ ਦੇ ਵਿੱਚ ਹੱਥ ਪੈਰ ਦੀਆਂ ਉਂਗਲਾਂ 'ਚ ਪ੍ਰੈਜੈਂਟ ਹੁੰਦਾ, ਇਸ ਕਰਕੇ ਉਹਨਾਂ ਦੀ ਲੈਂਥ ਕੀ ਛੋਟੀ ਵੱਡੀ ਹੋ ਜਾਂਦੀ ਹੈ। ਅਤੇ ਫੁੱਟ ਐਂਡ ਹੈਂਡ ਸਿੰਡਰੋਮ ਵੀ ਇਹਨੂੰ ਕਹਿ ਦਿੱਤਾ ਜਾਂਦਾ। ਹੋਰ ਇਹ ਕਿਸੇ ਔਰਗਨ ਦੇ ਬਲੱਡ ਵੈਸਲ ਦੀ ਸਪਲਾਈ ਰੁਕ ਸਕਦੇ ਆ, ਅਤੇ ਮੋਸਟਲੀ ਜਿਹੜੇ ਜਦ ਔਰਗਨ ਜਿਹਨੂੰ ਬਲੱਡ ਸਪਲਾਈ ਰੋਕਦੇ ਆ ਇਹਦੇ ਬਲੱਡ ਵੈਸਲ ਦੇ ਵਿੱਚ ਫਸ ਕੇ, ਉਹ ਹੈ ਸਪਲੀਨ, ਅਤੇ ਸਪਲੀਨੋਮੀਗੈਲੀ ਹੋ ਜਾਂਦਾ। ਸਪਲੀਨ ਦਾ ਸਾਈਜ਼ ਕਿਆ ਵੱਡਾ ਹੋ ਜਾਂਦਾ। ਸੋ ਇਹ ਡਿਫਰੈਂਟ ਫੀਚਰਸ ਹੈ ਇਸ ਬਿਮਾਰੀ ਦੇ। ਅਤੇ ਇਹਦੀ ਟਰੀਟਮੈਂਟ ਵਾਸਤੇ ਮੋਸਟਲੀ ਪੇਸ਼ੈਂਟ ਨੂੰ ਆਕਸੀਜਨ ਦਿੱਤੀ ਜਾਂਦੀ ਹੈ, ਪੇਨ ਕਿਲਰ ਦਿੱਤੇ ਜਾਂਦੇ ਆ, ਅਤੇ ਹੋਰ ਪੇਨ ਕਿਲਰ ਦੀ ਜਿਹੜੀ ਹੈਗੀ ਆ ਟਰੀਟਮੈਂਟ ਦਿੱਤੀ ਜਾਂਦੀ ਹੈ। ਬਟ ਇਹਨੂੰ ਅਸੀਂ ਕਈ ਵਾਰੀ ਜੈਨੇਟਿਕ ਡਿਸਆਰਡਰ ਵੀ ਕਹਿ ਦਿੰਦੇ ਹਾਂ, ਕਿਉਂਕਿ ਇਹਦੇ ਵਿੱਚ ਕੀ ਆ ਜੀਨਸ ਇਨਵੋਲਵ ਹੁੰਦੀਆਂ। ਸੋ ਇਹਦੇ ਨਾਲ ਕੀ ਆ ਤੁਹਾਡਾ ਸਿਕਲ ਸੈੱਲ ਅਨੀਮੀਆ ਜਿਹੜਾ ਆ ਕਵਰ ਹੋ ਜਾਂਦਾ। ਥੈਂਕਸ।